ਜੇ ਅਸੀਂ ਆਪਣੀ ਲਾਈਫ ਤੋਂ ਹਾਰ ਕੇ ਬੈਠ ਜਾਵਾਂਗੇ, ਸੋਚਾਂਗੇ ਕਿ ਆਪਾਂ ਕੁਛ ਨਹੀਂ ਕਰਨਾ ਜਾਂ ਕੁਛ, ਫਿਰ ਲੋਕੀ ਵੀ ਤੁਹਾਨੂੰ ਉੱਦਾਂ ਹੀ ਲੈਂਦੇ ਆ। ਐਂਡ ਮੈਂ ਬਿਲਕੁਲ ਪਰਫੈਕਟ ਹਾਂ। ਮੇਰੇ 'ਚ ਸਿਰਫ ਇੱਕ ਕੱਦ ਕਰਕੇ ਮੈਂ ਉਹਨੂੰ ਆਪਣੀ ਕਮੀ ਨਹੀਂ ਮੰਨਦੀ। ਉਹ ਇੱਕ ਉਸੇ ਚੀਜ਼ ਨੂੰ ਮੈਂ ਆਪਣੀ ਤਾਕਤ ਬਣਾਇਆ। ਜੇ ਮੈਂ ਯੂਨੀਕ ਸੀਗੀ, ਅੱਜ ਮੈਂ ਯੂਨੀਕ ਬਣ ਕੇ ਆਪਣੀ ਇੱਕ ਪਹਿਚਾਣ ਅਲੱਗ ਬਣਾ ਰਹੀ ਹਾਂ ਲੋਕਾਂ ਦੇ ਵਿੱਚ। ਸਰ ਲਾਈਫ ਸੌਖੀ ਨਹੀਂ ਹੁੰਦੀ, ਬਣਾਉਣੀ ਪੈਂਦੀ ਆ। ਬਹੁਤ ਕੁਛ ਸਹਿਣਾ ਪੈਂਦਾ ਆ, ਕੁਛ ਕੁ ਬਰਦਾਸ਼ਤ ਕਰਨਾ ਪੈਂਦਾ ਆ ਅਤੇ ਬਹੁਤ ਕੁਛ ਨਜ਼ਰ ਅੰਦਾਜ਼ ਕਰਨਾ ਪੈਂਦਾ ਆ। ਮੇਰੀ ਲਾਈਫ 'ਚ ਮੇਰੇ ਕੱਦ ਨੂੰ ਲੈ ਕੇ ਮੈਂ ਬਹੁਤ ਕੁਛ ਸਿਆ ਆ, ਬਹੁਤ ਕੁਛ ਸਿੱਖਿਆ ਵੀ ਆ। ਅੱਜ ਅਸੀਂ ਜਿਨ੍ਹਾਂ ਦੀ ਜੀਵਨੀ ਦੇ ਉੱਤੇ ਤੁਹਾਨੂੰ ਕਹਾਣੀ ਦਿਖਾਉਣ ਜਾ ਰਹੇ ਹਾਂ, ਉਹ ਕਹਾਣੀ ਜਿਹੜੀ ਹੈ, ਉਹ ਜਿਹੜੀ ਇਹਨਾਂ ਦੀ ਜਿਹੜੀ ਸਟੋਰੀ ਹੈ, ਉਹ ਇੱਕ ਹਰ ਇੱਕ ਉਸ ਵਿਅਕਤੀ ਦੇ ਲਈ ਇੱਕ ਪ੍ਰੇਰਨਾ ਦਾ ਸਰੋਤ, ਹਰ ਇੱਕ ਉਸ ਵਿਅਕਤੀ ਦੇ ਲਈ ਇੱਕ ਉਦਾਹਰਨ ਸਾਬਿਤ ਹੋਏਗੀ। ਕਿਵੇਂ ਇਹਨਾਂ ਨੇ ਜਿਹੜਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਔਂਕੜਾਂ ਦੇਖੀਆਂ, ਜਿਹੜੀ ਕਮਜ਼ੋਰੀ ਸੀਗੀ ਉਸ ਨੂੰ ਆਪਣੀ ਤਾਕਤ ਬਣਾਇਆ, ਔਰ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦੇ ਇੱਕ ਮੁਕਾਮ ਤੱਕ ਪਹੁੰਚੇ। ਜੀ ਹਾਂ, ਮੈਂ ਗੱਲ ਕਰ ਰਿਹਾ ਜਲੰਧਰ ਦੀ ਰਹਿਣ ਵਾਲੀ ਐਡਵੋਕੇਟ ਹਰਵਿੰਦਰ ਕੌਰ ਦੇ ਬਾਰੇ, ਜਿਨ੍ਹਾਂ ਦੀ ਉਮਰ 24 ਸਾਲ, ਕੱਦ 3 ਫੁੱਟ 11 ਇੰਚ। ਜਿਹੜਾ ਕੱਦ ਜਿਹੜਾ ਸੀਗਾ ਇਹਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਕਮਜ਼ੋਰੀ ਸੀ। ਜਿਹੜੀ ਇਹਨਾਂ ਦੀ ਇਹ ਕਮਜ਼ੋਰੀ ਸੀਗੀ, ਕਿਸ ਤਰ੍ਹਾਂ ਇਹਨਾਂ ਨੇ ਜਿਹੜੀ ਹੈ ਕਿ ਉਸ ਨੂੰ ਆਪਣੀ ਤਾਕਤ ਬਣਾ ਕੇ ਆਪਣਾ ਜਿਹੜਾ ਹੈ ਕਿ ਵਕਾਲਤ ਪਾਸ ਕਰਕੇ ਜਿਹੜਾ ਹੈ ਕਿ ਆਪਣੀ ਇੱਕ ਮੰਜ਼ਿਲ ਪਾਈ, ਮੁਕਾਮ ਹਾਸਿਲ ਕੀਤਾ। ਸੋ ਅਸੀਂ ਗੱਲ ਕਰਦੇ ਹਾਂ ਐਡਵੋਕੇਟ ਹਰਵਿੰਦਰ ਕੌਰ ਦੇ ਨਾਲ। ਹਰਵਿੰਦਰ ਕੌਰ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਕਿ ਤੁਸੀਂ ਜਿਹੜਾ ਹੈ ਕਿ ਉਹਨਾਂ ਲੋਕਾਂ ਵਾਸਤੇ ਜਿਹੜਾ ਇੱਕ ਉਦਾਹਰਨ ਹੋ, ਪ੍ਰੇਰਨਾ ਦੇ ਸਰੋਤ ਹੋ, ਜਿਹੜੇ ਕਿ ਆਪਣੀ ਲਾਈਫ ਦੇ ਵਿੱਚ ਹਿੰਮਤ ਹਾਰ ਜਾਂਦੇ ਨੇ, ਜਿਹੜੇ ਲੋਕ ਜਿਹੜੇ ਹੈ ਕਿ ਸਮਝਦੇ ਕਿ ਹੁਣ ਸਾਡੇ ਕੋਲੋਂ ਕੁਛ ਨਹੀਂ ਹੋਣਾ, ਅਸੀਂ ਕਮਜ਼ੋਰ ਆ, ਹੈ ਨਾ। ਤੁਸੀਂ ਆਪਣੀ ਕਮਜ਼ੋਰੀ ਨੂੰ ਜਿਹੜਾ ਹੈ ਕਿ ਆਪਣੀ ਕਮਜ਼ੋਰੀ ਕਰਕੇ ਆਪਣੀ ਜ਼ਿੰਦਗੀ ਤੱਕ ਖ਼ਤਮ ਕਰ ਜਾਂਦੇ ਨੇ। ਤੁਸੀਂ ਉਹਨਾਂ ਲੋਕਾਂ ਵਾਸਤੇ ਇੱਕ ਜਿਹੜੀ ਹੈ ਪ੍ਰੇਰਨਾ ਦੇ ਸਰੋਤ ਬਣੇ ਹੋ। ਤੁਸੀਂ ਸਾਡੇ ਸਰੋਤਾਂ ਨੂੰ ਇਹ ਦੱਸਣਾ ਕਿ ਕਿਵੇਂ ਤੁਸੀਂ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਤੁਹਾਨੂੰ ਕਿਸ ਕਿਸ ਤਰ੍ਹਾਂ ਦੀ ਔਂਕੜਾਂ ਆਈਆਂ, ਔਰ ਕਿਵੇਂ ਤੁਸੀਂ ਜਿਹੜੀ ਆਪਣੀ ਕਮਜ਼ੋਰੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਸਰ ਲਾਈਫ ਸੌਖੀ ਨਹੀਂ ਹੁੰਦੀ, ਬਣਾਉਣੀ ਪੈਂਦੀ ਆ। ਬਹੁਤ ਕੁਛ ਸਹਿਣਾ ਪੈਂਦਾ ਆ, ਕੁਛ ਕੁ ਬਰਦਾਸ਼ਤ ਕਰਨਾ ਪੈਂਦਾ ਆ ਅਤੇ ਬਹੁਤ ਕੁਛ ਨਜ਼ਰ ਅੰਦਾਜ਼ ਕਰਨਾ ਪੈਂਦਾ ਆ। ਮੇਰੀ ਲਾਈਫ 'ਚ ਮੇਰੇ ਕੱਦ ਨੂੰ ਲੈ ਕੇ ਮੈਂ ਬਹੁਤ ਕੁਛ ਸਿਆ ਆ, ਬਹੁਤ ਕੁਛ ਸਿੱਖਿਆ ਵੀ ਆ, ਅਤੇ ਮੈਂ ਕਦੇ ਵੀ ਉਹ ਨੈਗੇਟਿਵਿਟੀ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ। ਹਮੇਸ਼ਾ ਹਰ ਇੱਕ ਚੀਜ਼ ਨੂੰ ਪੋਜ਼ੀਟਿਵ ਵੇ ਦੇ ਵਿੱਚ ਲਿਆ। ਇੱਕ ਟਾਈਮ ਮੇਰੀ ਲਾਈਫ 'ਚ ਇੱਦਾਂ ਦਾ ਆਇਆ ਸੀ ਕਿ ਮੈਂ ਨੈਗੇਟਿਵ ਹੋ ਗਈ ਸੀ, ਮੈਂ ਹਾਰ ਗਈ ਸੀ ਆਪਣੀ ਜ਼ਿੰਦਗੀ ਤੋਂ, ਮੈਂ ਜੀਣਾ ਨਹੀਂ ਚਾਹੁੰਦੀ ਸੀਗੀ। ਬਟ ਫਿਰ ਆਪਣੇ ਕੋਲ ਹਮੇਸ਼ਾ 2 ਆਪਸ਼ਨਸ ਹੁੰਦੇ ਨੇ ਕਿ ਜਾਂ ਤਾਂ ਕਰੋ ਜਾਂ ਮਰੋ, ਅਤੇ ਮੈਂ ਕਦੇ ਵੀ ਬੋਝ ਬਣ ਕੇ ਨਹੀਂ ਰਹਿਣਾ ਚਾਹੁੰਦੀ ਸੀ ਆਪਣੇ ਪੇਰੈਂਟਸ ਦੇ ਉੱਤੇ। ਮੈਂ ਆਪਣੀਆਂ ਲਾਈਫ ਦੀਆਂ ਡਿਫੀਕਲਟੀਜ਼ ਨੂੰ ਫੇਸ ਕਰਕੇ, ਆਪਣੇ ਡਰ ਨਾਲ ਲੜ ਕੇ ਅੱਜ ਇੱਥੇ ਤੱਕ ਪਹੁੰਚੀ ਹਾਂ। ਕਿਸ ਕਿਸ ਤਰ੍ਹਾਂ ਦਾ ਡਰ ਸੀਗਾ ਤੁਹਾਡੇ ਮਨ 'ਚ, ਔਰ ਜਦੋਂ ਤੁਸੀਂ ਪੜ੍ਹਾਈ ਲਈ ਸਕੂਲ ਜਾਂਦੇ ਸੀ ਜਾਂ ਆਪਣੇ ਮਾਤਾ ਪਿਤਾ ਨਾਲ ਕਿਤੇ ਬਾਜ਼ਾਰ ਜਾਂਦੇ ਸੀ, ਕਿਵੇਂ ਕਿਵੇਂ ਤੁਹਾਨੂੰ ਉੱਥੇ ਔਂਕੜਾਂ ਆਉਂਦੀਆਂ ਸੀਗੀਆਂ, ਥੋੜ੍ਹਾ ਉਹ ਵੀ ਦੱਸਣਾ। ਸਰ ਸਕੂਲ ਟਾਈਮ ਮੇਰੇ ਲਈ ਬਹੁਤ ਔਖਾ ਸੀਗਾ। ਉਹ ਟਾਈਮ ਦੇ ਵਿੱਚ ਮੈਂ ਇੱਕ ਮਜ਼ਾਕ ਦਾ ਪਾਤਰ ਬਣ ਗਈ ਸੀ ਕੁਛ ਕੁ ਬੱਚਿਆਂ ਲਈ। ਮੇਰੇ ਵੱਲ ਦੇਖ ਕੇ ਸਾਰੇ ਹੱਸਦੇ ਹੁੰਦੇ ਸੀਗੇ। ਉਹਨਾਂ ਦੀਆਂ ਨਿਗਾਹਾਂ ਹੀ ਮੈਨੂੰ ਇੱਦਾਂ ਦੇਖਦੀਆਂ ਸੀ ਜਿੱਦਾਂ ਸ਼ਾਇਦ ਮੈਂ ਇੱਕ ਕਾਰਟੂਨ ਹੋਵਾਂ। ਉਹ ਛੋਟੀਆਂ ਛੋਟੀਆਂ ਗੱਲਾਂ ਦੇ ਕਾਰਨ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਗਈ ਸੀ। ਮੈਂ ਡਰਨ ਲੱਗ ਗਈ ਸੀ। ਮੈਨੂੰ ਲੋਕਾਂ ਸਾਹਮਣੇ ਆਪਣੇ ਆਪ ਨੂੰ ਲੈ ਕੇ ਜਾਣਾ ਮੈਂ ਬੰਦ ਕਰਤਾ। ਮੈਨੂੰ ਇੱਦਾਂ ਫੀਲ ਕਰਾਇਆ ਜਾਂਦਾ ਹੁੰਦਾ ਸੀ ਕਿ ਮੈਂ ਭੀੜ ਤੋਂ ਅਲੱਗ ਹਾਂ, ਜੋ ਕਿ ਮੈਂ ਆਪਣੇ ਕੱਦ ਕਰਕੇ ਸੀਗੀ। ਬਟ ਉਹਨਾਂ ਦੀ ਉਹ ਨੈਗੇਟਿਵ ਨਜ਼ਰ, ਜੋ ਉਹਨਾਂ ਦਾ ਹਾਸਾ, ਜਿੱਦਾਂ ਦੇ ਟੌਂਟਸ ਮੈਨੂੰ ਮਿਲਦੇ ਹੁੰਦੇ ਸੀ ਸਕੂਲ ਲਾਈਫ ਦੇ ਵਿੱਚ, ਉਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਡਰਾ ਦਿੱਤਾ ਸੀਗਾ। ਅਤੇ ਜਦੋਂ ਮੈਂ ਕਿਤੇ ਬਾਹਰ ਵੀ ਜਾਣਾ, ਮਾਰਕੀਟ ਫੈਮਿਲੀ ਦੇ ਨਾਲ, ਉੱਥੇ ਵੀ ਇਹ ਚੀਜ਼ਾਂ ਹੁੰਦੀਆਂ ਸੀ। ਲੋਕ ਮੁੜ ਮੁੜ ਕੇ ਮੈਨੂੰ ਦੇਖਦੇ ਹੁੰਦੇ ਸੀ, ਇੱਕ ਦੂਜੇ ਨੂੰ ਇਸ਼ਾਰੇ ਕਰ ਕਰਕੇ ਦੱਸਦੇ ਹੁੰਦੇ ਸੀ, ਮੇਰੇ ਵੱਲ ਦੇਖਦੇ ਹੁੰਦੇ ਸੀ, ਅਤੇ ਉਹ ਚੀਜ਼ਾਂ ਨੇ ਮੈਨੂੰ ਜ਼ਿਆਦਾ ਡਰਾ ਦਿੱਤਾ ਸੀ। ਅਤੇ ਇੱਕ ਡਰ ਮੇਰੀ ਲਾਈਫ ਦੇ ਵਿੱਚ ਬੈਠ ਗਿਆ ਸੀ ਕਿ ਮੈਂ ਦੁਨੀਆ ਤੋਂ ਅਲੱਗ ਹਾਂ ਅਤੇ ਸ਼ਾਇਦ ਮੈਨੂੰ ਦੁਨੀਆ ਨੇ ਕਦੇ ਐਕਸੈਪਟ ਨਹੀਂ ਕਰਨਾ। ਉਹ ਡਰ ਕਿਵੇਂ ਨਿਕਲਿਆ? ਕਿਵੇਂ ਤੁਹਾਡੇ ਮਨ 'ਚ ਜਿਹੜੀ ਕਿ ਪੋਜ਼ੀਟਿਵ ਖਿਆਲ ਤੁਹਾਡੇ ਮਨ ਦੇ ਵਿੱਚ ਆਏ, ਔਰ ਕਿਸ ਤਰ੍ਹਾਂ ਤੁਸੀਂ ਇਹ ਜਿਹੜੀ ਹੈ ਕਿ ਇਹ ਜੰਗ ਜਿੱਤੀ? ਕਿਵੇਂ ਤੁਹਾਡੇ ਖਾਸ ਤੌਰ 'ਤੇ ਮੈਂ ਹੁਣ ਇਹ ਪੁੱਛਣਾ ਚਾਹੂੰਗਾ ਕਿ ਜਿਵੇਂ ਕਿ ਮੈਂ ਜਾਣਦਾ ਕਿ ਤੁਸੀਂ ਇੱਕ ਏਅਰ ਹੋਸਟਸ ਬਣਨਾ ਚਾਹੁੰਦੇ ਸੀਗੇ, ਜਿਹੜਾ ਸੁਪਨਾ ਤੁਹਾਡਾ ਜਿਹੜਾ ਕਿ ਉਹ ਟੁੱਟ ਚੁੱਕਾ ਸੀਗਾ। ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਗਏ ਸੀਗੇ ਆਪਣੀ ਜ਼ਿੰਦਗੀ ਤੋਂ, ਅਤੇ ਉਸ ਤੋਂ ਬਾਅਦ ਕਿਵੇਂ ਤੁਹਾਨੂੰ ਪ੍ਰੇਰਨਾ ਮਿਲੀ ਕਿ ਤੁਹਾਨੂੰ ਜਿਹੜਾ ਹੈ ਕਿ ਇੱਧਰ ਵਕਾਲਤ ਵੱਲੋਂ ਰੁਖ ਕਰਨਾ ਚਾਹੀਦਾ, ਤੁਹਾਨੂੰ ਵਕਾਲਤ ਕਰਨੀ ਚਾਹੀਦੀ ਆ? ਉਸ ਤੋਂ ਬਾਅਦ ਜਿਹੜਾ ਹੁਣ ਤੁਸੀਂ ਜਿਹੜਾ ਸੁਪਨਾ ਸੰਜੋਇਆ ਜੱਜ ਬਣਨ ਦਾ, ਉਹ ਕਿਵੇਂ ਤੁਹਾਡੇ
ਮਾਈਂਡ ਵਿੱਚ ਆਇਆ ਸੀ, ਥੋੜਾ ਉਹ ਵੀ ਦੱਸਣਾ। ਸਰ ਇਹ ਜੰਗ ਮੈਂ ਉਦੋਂ ਜਿੱਤੀ ਆ ਜਦੋਂ ਮੈਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕੀਤਾ। ਮੈਂ ਇਹ ਚੀਜ਼ ਆਪਣੇ ਦਿਲ 'ਚ ਠਾਣ ਲਈ ਸੀ ਕਿ ਲੋਕੀ ਮੈਨੂੰ ਜਿੱਦਾਂ ਮਰਜ਼ੀ ਲੈਣ, ਮੈਂ ਆਪਣੇ ਆਪ ਨੂੰ ਪਹਿਲਾਂ ਫੁੱਲੀ ਐਕਸੈਪਟ ਕਰਾਂ। ਮੈਂ ਆਪਣੀ ਨਜ਼ਰਾਂ 'ਚ ਪਰਫੈਕਟ ਬਣਨਾ ਸੀਗਾ। ਮੈਂ ਖੁਦ ਨੂੰ ਪਿਆਰ ਕਰਨਾ ਸ਼ੁਰੂ ਕੀਤਾ। ਮੈਂ ਪੋਜ਼ਿਟਿਵਿਟੀ ਵੱਲ ਜ਼ਿਆਦਾ ਧਿਆਨ ਦਿੰਦੀ ਸੀ। ਜੇ 90% ਲੋਕੀ ਦੇਖ ਕੇ ਹੱਸਦੇ ਸੀ, ਉਹ 'ਚੋਂ 10% ਹਮੇਸ਼ਾ ਮੈਨੂੰ ਦੇਖ ਕੇ ਖੁਸ਼ ਵੀ ਹੁੰਦੇ ਸੀਗੇ। ਉਹ ਚੀਜ਼ਾਂ 'ਤੇ ਮੈਂ ਫੋਕਸ ਕਰਨਾ ਸ਼ੁਰੂ ਕੀਤਾ। ਮੈਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਲੱਗੀ। ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇਹ ਨਹੀਂ ਪਰਵਾਹ ਕਰਦੀ ਸੀ ਕੋਈ ਹੱਸਦਾ ਆ, ਜੇ ਕੋਈ ਹੱਸਦਾ ਵੀ ਸੀ ਮੈਂ ਉਹਨੂੰ ਪੋਜ਼ਿਟਿਵ ਸਮਾਈਲ ਦਿੰਦੀ ਹੁੰਦੀ ਸੀ। ਉਸ ਇਨਸਾਨ ਦੀ ਵੀ ਫਿਰ ਇਹ ਸੋਚ ਮੈਨੂੰ ਦੇਖ ਕੇ ਬਦਲ ਜਾਂਦੀ ਹੁੰਦੀ ਸੀਗੀ। ਅਤੇ ਆਪਣੇ ਡਰ ਨਾਲ ਜਿੱਦਾਂ ਜਿੱਦਾਂ ਮੈਂ ਸਾਹਮਣਾ ਕਰਦੀ ਗਈ, ਮੈਨੂੰ ਆਪਣੇ ਆਪ ਨਾਲ ਹੋਰ ਪਿਆਰ ਹੋ ਗਿਆ ਅਤੇ ਮੇਰੇ ਕੌਨਫੀਡੈਂਸ ਦੇ ਵਿੱਚ ਦਿਨ ਬ ਦਿਨ ਸੁਧਾਰ ਆਉਣ ਲੱਗ ਗਿਆ। ਕਿਉਂਕਿ ਇਹ ਚੀਜ਼ਾਂ ਮੈਂ ਆਪਣੀ ਲਾਈਫ ਤੋਂ ਹੀ ਸਿੱਖੀਆਂ, ਐਕਸਪੀਰੀਅੰਸ ਕੀਤਾ ਆ। ਜਦੋਂ ਆਪਾਂ ਨੈਗੇਟਿਵ ਹੁੰਦੇ ਹਾਂ, ਆਪਾਂ ਨੈਗੇਟਿਵਿਟੀ ਵੱਲ ਧਿਆਨ ਦਿੰਦੇ ਹਾਂ, ਲਾਈਫ ਵੀ ਨੈਗੇਟਿਵ ਹੀ ਚੱਲਦੀ ਆ। ਪਰ ਜਦੋਂ ਆਪਾਂ ਉਹੀ ਚੀਜ਼ਾਂ ਨੂੰ ਪੋਜ਼ਿਟਿਵ ਵੇ ਦੇ ਵਿੱਚ ਲੈਣਾ ਸਟਾਰਟ ਕਰਦੇ ਹਾਂ, ਆਪਣੇ ਆਪ ਨੂੰ ਪਿਆਰ ਕਰਦੇ ਹਾਂ, ਅਤੇ ਆਪਣੀ ਲਾਈਫ ਹੌਲੀ ਹੌਲੀ ਆਪੇ ਬਦਲਣ ਲੱਗ ਜਾਂਦੀ। ਜੇ ਅਸੀਂ ਖੁਦ ਨੂੰ ਪਿਆਰ ਕਰਾਂਗੇ ਫਿਰ ਤੁਹਾਨੂੰ ਲੋਕਾਂ ਨੇ ਪਿਆਰ ਕਰਨਾ। ਜੇ ਅਸੀਂ ਆਪਣੀ ਲਾਈਫ ਤੋਂ ਹਾਰ ਕੇ ਬੈਠ ਜਾਵਾਂਗੇ, ਸੋਚਾਂਗੇ ਕਿ ਆਪਾਂ ਕੁਛ ਨਹੀਂ ਕਰਨਾ ਜਾਂ ਕੁਛ, ਫਿਰ ਲੋਕੀ ਵੀ ਤੁਹਾਨੂੰ ਉੱਦਾਂ ਹੀ ਲੈਂਦੇ ਆ। ਸੋ ਇਹ ਤੁਹਾਡੇ ਹੱਥ ਵਿੱਚ ਆ, ਤੁਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਲੈ ਕੇ ਕਿੱਦਾਂ ਜਾਣਾ ਆ। ਅਤੇ ਜਦੋਂ ਮੈਂ ਖੁਦ ਨੂੰ ਪਿਆਰ ਕਰਨ ਲੱਗੀ, ਆਪਣੇ ਓਪੀਨੀਅਨਸ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਰੱਖਣ ਲੱਗੀ, ਖੁਸ਼ ਰਹਿਣ ਲੱਗ ਗਈ, ਖੁਸ਼ ਰਹਿ ਕੇ ਆਪਣੀ ਜ਼ਿੰਦਗੀ ਜਿਉਣਾ ਸ਼ੁਰੂ ਕਰਤਾ, ਫਿਰ ਲੋਕਾਂ ਲਈ ਮੈਂ ਇੱਕ ਇੰਸਪੀਰੇਸ਼ਨ ਬਣਨਾ ਸਟਾਰਟ ਹੋ ਗਈ। ਇਹ ਦੌਰ ਕਦੋਂ ਆਇਆ? ਕਿਉਂਕਿ ਇੱਕ ਸਮਾਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਅਜਿਹਾ ਵੀ ਆਇਆ ਸੀ ਜਦੋਂ ਤੁਸੀਂ ਕਮਰੇ ਤੱਕ ਹੀ ਸੀਮਿਤ ਰਹਿ ਗਏ ਸੀਗੇ, ਤੁਸੀਂ ਕਿਸੇ ਨੂੰ ਮਿਲਣਾ ਛੱਡਤਾ ਸੀਗਾ, ਔਰ ਖਾਸ ਤੌਰ 'ਤੇ ਜਿਹੜੇ ਤੁਹਾਡੇ ਮਾਤਾ ਪਿਤਾ ਵੀ ਨੇ, ਉਹਨਾਂ ਦੀ ਵੀ ਉਮੀਦਾਂ ਦੇ ਉੱਤੇ ਪਾਣੀ ਫਿਰ ਚੁੱਕਾ ਸੀ, ਉਹ ਵੀ ਬਹੁਤ ਨਿਰਾਸ਼ ਹੋ ਚੁੱਕੇ ਸੀਗੇ। ਫਿਰ ਇਹ ਕਿੱਦਾਂ ਤਬਦੀਲ ਹੋਇਆ, ਉਹ ਸਮਾਂ ਕਿਸ ਤਰ੍ਹਾਂ ਆਇਆ, ਥੋੜਾ ਉਹ ਵੀ ਦੱਸਣਾ। ਇਹ ਚੀਜ਼ਾਂ ਮੈਂ ਇੱਕ ਫੈਮਿਲੀ ਦੇ ਵਿੱਚ ਹੀ ਛੋਟੀ ਜਿਹੀ ਕਨਵਰਜ਼ੇਸ਼ਨ ਹੋਈ ਸੀਗੀ। ਮੈਂ ਕਦੇ ਅੱਜ ਤੱਕ ਆਪਣੇ ਪੇਰੈਂਟਸ ਨੂੰ ਨਹੀਂ ਦੱਸਦੀ ਸੀ ਮੇਰੇ ਦਿਲ 'ਚ ਕੀ ਗੱਲਾਂ ਨੇ ਜਾਂ ਕੁਛ, ਬਟ ਉਹਨਾਂ ਨੂੰ ਮੇਰੇ ਫੇਸ ਤੋਂ ਡਰ ਵਗੈਰਾ ਸਭ ਦਿਖਦਾ ਸੀ। ਉਹਨਾਂ ਨੂੰ ਵੀ ਇਹੀ ਸੀ ਕਿ ਮੇਬੀ +2 ਤੋਂ ਬਾਅਦ ਮੈਂ ਨਹੀਂ ਕੁਛ ਕਰੂੰਗੀ, ਕਿਉਂਕਿ ਮੈਂ ਸਕੂਲ ਵੀ ਬਹੁਤ ਘੱਟ ਜਾਂਦੀ ਹੁੰਦੀ ਸੀ। ਉਹਨਾਂ ਨੂੰ ਦੱਸਦੀ ਤਾਂ ਕੁਛ ਨਹੀਂ ਸੀ, ਬਟ ਆਪਣੇ ਆਪ ਨੂੰ ਸਭ ਤੋਂ ਪਿੱਛੇ ਰੱਖਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਬਹੁਤ ਖੁਸ਼ੀ ਸੀ ਕਿ ਮੇਰੀ +2 ਖਤਮ ਹੋਏਗੀ ਤਾਂ ਹੁਣ ਬਸ ਮੈਂ ਸਾਰੀ ਉਮਰ ਇੱਕ ਰੂਮ 'ਚ ਰਹੂੰਗੀ ਅਤੇ ਮੈਂ ਮਜ਼ਾਕ ਦਾ ਪਾਤਰ ਨਹੀਂ ਬਣੂੰਗੀ। ਕੋਈ ਮੇਰੇ 'ਤੇ ਹੱਸੇਗਾ ਨਹੀਂ, ਸਿਰਫ ਉਹਨਾਂ ਨਾਲ ਟਾਈਮ ਸਪੈਂਡ ਕਰੂੰਗੀ, ਮੰਮਾ ਪਾਪਾ ਨਾਲ, ਜਿਹੜੇ ਮੇਰੇ ਨਾਲ ਖੁਸ਼ ਆ, ਜੋ ਮੈਨੂੰ ਕਦੇ ਜੱਜ ਨਹੀਂ ਕਰਦੇ। ਬਟ ਫਿਰ ਆਪਣੇ ਆਪ 1 ਮਹੀਨਾ ਨਿਕਲਿਆ, 2, ਮੈਂ ਜਦੋਂ ਦੇਖਿਆ ਕਿ ਸਾਰੀ ਲਾਈਫ ਮੈਂ ਇੱਕ ਕਮਰੇ 'ਚ ਬੈਠ ਕੇ ਨਹੀਂ ਕੱਟ ਸਕਦੀ, ਮੈਂ ਕਿਉਂ ਬੋਝ ਬਣਨਾ ਆਪਣੀ ਲਾਈਫ 'ਤੇ। ਐਂਡ ਮੈਂ ਬਿਲਕੁਲ ਪਰਫੈਕਟ ਹਾਂ, ਮੇਰੇ 'ਚ ਸਿਰਫ ਇੱਕ ਕੱਦ ਕਰਕੇ ਮੈਂ ਉਹਨੂੰ ਆਪਣੀ ਕਮੀ ਨਹੀਂ ਮੰਨਦੀ। ਉਹ ਉਸੇ ਚੀਜ਼ ਨੂੰ ਮੈਂ ਆਪਣੀ ਤਾਕਤ ਬਣਾਇਆ। ਜੇ ਮੈਂ ਯੂਨੀਕ ਸੀਗੀ, ਅੱਜ ਮੈਂ ਯੂਨੀਕ ਬਣ ਕੇ ਆਪਣੀ ਇੱਕ ਪਹਿਚਾਣ ਅਲੱਗ ਬਣਾ ਰਹੀ ਹਾਂ ਲੋਕਾਂ ਦੇ ਵਿੱਚ। ਮੇਰੇ ਮਨ ਦੇ ਵਿੱਚ ਇਹ ਸੀ ਕਿ ਮੈਂ ਕੁਛ ਕਰਕੇ ਦਿਖਾਉਣਾ ਆ, ਮੈਂ ਆਪਣਾ ਕੌਨਫੀਡੈਂਸ ਰਾਈਜ਼ ਕਰਨਾ ਆ। ਇਸੇ ਲਈ ਫਿਰ ਮੈਂ ਲਾਅ ਫੀਲਡ ਚੂਜ਼ ਕੀਤੀ। ਆਪਸ਼ਨਸ ਤਾਂ ਹੋਰ ਵੀ ਬਹੁਤ ਸੀਗੇ, ਟੀਚਿੰਗ ਲਾਈਨ ਜਾਂ ਕੁਛ, ਬਟ ਫਿਰ ਉਹੀ ਗੱਲਾਂ ਕਿ ਉੱਥੇ ਫਿਜ਼ੀਕਲ ਅਪੀਅਰੈਂਸ ਮੈਟਰ ਕਰਦੀ ਆ। ਜੇ ਮੈਂ ਟੀਚਿੰਗ ਲਾਈਨ 'ਚ ਮੇਰਾ ਡਰੀਮ ਨਹੀਂ, ਮਤਲਬ ਇੱਕ ਟਾਈਮ 'ਤੇ ਮਾਈਂਡ 'ਚ ਇਹ ਵੀ ਹੁੰਦਾ ਸੀ ਕਿ ਆਈ ਕੈਨ ਬੀ ਅ ਟੀਚਰ, ਕਿਉਂਕਿ ਛੋਟੇ ਹੁੰਦੇ ਬਹੁਤ ਸ਼ੌਂਕ ਹੁੰਦਾ ਸੀਗਾ ਟੀਚਿੰਗ ਦਾ, ਹਰ ਕੁੜੀ ਨੂੰ ਹੁੰਦਾ ਆ। ਅਤੇ ਬਟ ਫਿਰ ਜਦੋਂ ਫਿਜ਼ੀਕਲ ਅਪੀਅਰੈਂਸ ਦੀ ਗੱਲ ਆਉਂਦੀ ਆ ਕਿ ਟੀਚਿੰਗ ਪ੍ਰੋਫੈਸ਼ਨ ਵੀ ਮੇਰੇ ਲਈ ਇੰਨਾ ਕਾਮਯਾਬ ਨਹੀਂ ਹੋਣਾ ਸੀਗਾ, ਅਤੇ ਫਿਰ ਲਾਅ ਫੀਲਡ ਮੈਂ ਇਸ ਲਈ ਚੂਜ਼ ਕੀਤੀ ਬਿਕਾਜ਼ ਲਾਅ ਦੇ ਵਿੱਚ ਕੋਈ ਫਿਜ਼ੀਕਲ ਅਪੀਅਰੈਂਸ ਤੁਹਾਡੀ ਨਹੀਂ ਮੈਟਰ ਕਰਦੀ, ਤੁਹਾਡਾ ਐਕਸਪੀਰੀਅੰਸ, ਤੁਹਾਡੀ ਨੌਲੇਜ ਅਤੇ ਤੁਹਾਡੀ ਪੜ੍ਹਾਈ ਮੈਟਰ ਕਰਦੀ ਆ। ਅਤੇ ਜੁਡੀਸ਼ਰੀ ਲਾਈਨ ਦੇ ਵਿੱਚ ਮੈਂ ਇਸ ਲਈ ਜਾਣਾ ਚਾਹੁੰਦੀ ਹਾਂ ਕਿ ਜਿਹੜੇ ਲੋਕ ਮੈਨੂੰ ਹੁਣ ਦੇਖ ਕੇ ਹੱਸਦੇ ਆ, ਮੈਨੂੰ ਜੱਜ ਕਰਦੇ ਆ ਜਾਂ ਕੁਛ ਵੀ, ਮੈਂ ਆਪਣੇ ਆਪ ਨੂੰ ਇੱਕ ਇੱਦਾਂ ਦੇ ਮੁਕਾਮ 'ਤੇ ਲੈ ਕੇ ਜਾਣਾ ਚਾਹੁੰਦੀ ਹਾਂ ਕਿ ਜਿੱਥੇ ਮੈਂ ਆਪਣੇ ਕੰਮ ਨਾਲ ਸਭ ਨੂੰ ਜਵਾਬ ਦੇਵਾਂ। ਔਰਤਾਂ ਲਈ ਅਤੇ ਬੱਚਿਆਂ ਲਈ ਮੈਂ ਜਿੰਨਾ ਜ਼ਿਆਦਾ ਹੋ ਸਕੇ ਓਨਾ ਕਰਨਾ ਚਾਹੁੰਦੀ ਹਾਂ। ਡੋਮੈਸਟਿਕ ਵਾਇਲੈਂਸ, ਰੇਪ ਕੇਸਿਸ ਇੰਨੇ ਜ਼ਿਆਦਾ ਵੱਧ ਰਹੇ ਨੇ, ਮੈਂ ਉਹਨਾਂ ਦੀ ਸੇਫਟੀ ਲਈ ਜਾਂ ਉਹਨਾਂ ਲਈ ਜ਼ਰੂਰ ਕੁਛ ਕਰਨਾ ਚਾਹੁੰਦੀ ਹਾਂ ਆਪਣੀ ਲਾਈਫ 'ਚ। ਕਿਸ ਤਰ੍ਹਾਂ? ਸਰ ਲੀਗਲ ਏਡ ਜਾਂ ਵੱਧ ਤੋਂ ਵੱਧ ਜਿੰਨੀ ਵੀ ਉਹਨਾਂ ਦੀ ਹੈਲਪ ਕਰ ਸਕਾਂ, ਫ੍ਰੀ ਕੇਸਿਸ ਜਾਂ ਜਿੰਨਾ ਵੀ ਮੇਰੇ ਤੋਂ ਹੋ ਸਕੇ ਮੈਂ ਉਹਨਾਂ ਲਈ ਕਰ ਸਕਾਂ। ਅਤੇ ਹੁਣ ਤੁਸੀਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਉਹੀ ਜਿਹੜੀ ਮੈਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ ਕਿ ਤੁਸੀਂ ਉਹਨਾਂ ਲੋਕਾਂ ਵਾਸਤੇ ਇੱਕ ਉਦਾਹਰਨ ਹੋ, ਇੱਕ ਪ੍ਰੇਰਨਾ ਦਾ ਸਰੋਤ ਹੋ, ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਜਾਂਦੇ ਨੇ, ਆਪਣੀ ਜ਼ਿੰਦਗੀ ਦੀ ਔਕੜਾਂ ਤੋਂ, ਮੁਸੀਬਤਾਂ ਤੋਂ ਜਿਹੜਾ ਹੈ ਕਿ ਨਿਰਾਸ਼ ਹੋ ਕੇ ਆਪਣੇ ਇੱਕ ਕਮਰੇ 'ਚ ਬੰਦ ਹੋ ਜਾਂਦੇ ਨੇ, ਕੋਈ ਕੰਮ ਨਹੀਂ ਕਰਦੇ ਜਾਂ ਉਹਨਾਂ ਦੇ ਅੰਦਰ ਜਿਹੜੀ ਕਿ ਉਹ ਇੱਛਾ ਨਹੀਂ ਹੁੰਦੀ ਕੰਮ ਕਰਨ ਦੀ। ਤੁਸੀਂ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਖੁਦ ਤੋਂ ਹਾਰਨਾ ਜਾਂ ਆਪਣੀ ਸੋਚ ਤੋਂ ਹਾਰਨਾ, ਹਾਰ ਮੰਨ ਕੇ ਬੈਠ ਜਾਣਾ ਹੀ ਅਸਲ ਮੌਤ ਆ। ਆਪਣੇ ਆਪ ਨੂੰ ਲੋਕਾਂ ਅੱਗੇ ਲੈ ਕੇ ਜਾਓ, ਆਪਣੇ ਡਰ ਨੂੰ ਫੇਸ ਕਰੋ। ਜੇ ਆਪਾਂ ਆਪਣੇ ਡਰ ਤੋਂ ਲੁੱਕ ਕੇ ਬੈਠਾਂਗੇ ਨਾ, ਉਹ ਡਰ ਸਾਰੀ ਉਮਰ ਸਾਡੇ ਦਿਲ 'ਚ ਰਹੂਗਾ। ਜਿਸ ਚੀਜ਼ ਤੋਂ ਤੁਹਾਨੂੰ ਡਰ ਆ, ਜਿਹੜੀ ਤੁਹਾਡੀ ਕਮੀ ਆ ਜਾਂ ਕੁਛ ਆ, ਤੁਸੀਂ ਉਹਨੂੰ ਫੇਸ ਕਰਨਾ ਸ਼ੁਰੂ ਕਰੋ, ਉਸ ਤੋਂ ਸਿੱਖੋ। ਦੇਖੋ ਕਿ ਤੁਹਾਡੇ 'ਚ ਰੱਬ ਨੇ ਕਿਹੜੀ ਇੱਦਾਂ ਦੀ, ਹਰ ਇੱਕ ਇਨਸਾਨ 'ਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਆ, ਤੁਸੀਂ ਉਹਨੂੰ ਲੱਭੋ ਅਤੇ ਆਪਣੀ ਲਾਈਫ ਦਾ ਇੱਕ ਗੋਲ ਸੈੱਟ ਕਰੋ ਅਤੇ ਉਹਦੇ 'ਤੇ ਕੰਮ ਕਰੋ। ਘਰੇ ਬੈਠਣਾ ਜਾਂ ਲੁੱਕ ਕੇ ਬੈਠਣਾ ਬਹੁਤ ਸੌਖਾ ਆ,
ਬਟ ਮਿਹਨਤ ਕਰਕੇ ਅੱਗੇ